ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਸਿਵਲ ਸਰਵਿਸ ਦੀ ਗੱਲ ਅੱਜ ਫਿਰ ਕਰਾਂਗੇ। ਡਾਕਟਰ ਮਾਨਵਜੀਤ ਸਿੰਘ ਸਿੱਧੂ ਜਿਹੜੇ ਮੌਜੂਦਾ ਦੌਰ ਦੇ ਵਿੱਚ ਡੀਐਸਪੀ ਵਜੋਂ ਤੈਨਾਤ ਨੇ, ਡਾਕਟਰ ਵੀ ਨੇ, ਸਿਵਲ ਸਰਵਿਸ ਦੇ ਵਿੱਚ ਵੀ ਨੇ। ਇਹਨਾਂ ਤੋਂ ਤਜਰਬਾ ਜਾਣਾਂਗੇ। ਕੁਛ ਵਿਦਿਆਰਥੀਆਂ ਦੇ ਜਿਹੜੇ ਸਵਾਲ ਹੈ ਉਹ ਵੀ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਕਰਦੇ ਹਾਂ ਸਵਾਗਤ ਹੈ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ। ਠੀਕ ਹੋ ਜੀ? ਬਿਲਕੁਲ ਠੀਕ ਹੈ ਜੀ। ਡਾਕਟਰ ਸਾਹਿਬ, ਆਪਾਂ ਐਜੂਕੇਸ਼ਨ ਦੇ ਸਫ਼ਰ ਦੀ ਗੱਲ ਕਰਦੇ ਹਾਂ। ਤੁਸੀਂ ਡਾਕਟਰ ਵੀ ਹੋ ਅਤੇ ਸਿਵਲ ਸਰਵਿਸ 'ਚ ਵੀ ਆ ਗਏ। ਥੋੜ੍ਹਾ ਜਿਹਾ ਐਜੂਕੇਸ਼ਨ ਦੀ ਗੱਲ ਕਰੀਏ ਜੀ। ਕਿੱਥੋਂ ਸ਼ੁਰੂਆਤ ਹੋਈ, ਕਿਹੜੇ ਸਕੂਲਾਂ ਦੇ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਹੈ? ਸਕੂਲਿੰਗ ਮੇਰੀ ਸਾਰੀ ਨਰਸਰੀ ਤੋਂ ਲੈ ਕੇ +2 ਤੱਕ ਜੀ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਤੋਂ ਰਹੀ ਹੈ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਮੈਂ ਮੈਡੀਕਲ ਫੀਲਡ ਦੇ ਵਿੱਚ ਆਇਆ। ਉਹਦੇ ਵਿੱਚ ਮੈਂ +1 +2 ਤੋਂ ਮੈਡੀਕਲ 'ਚ ਲਿੱਤੀ। ਫਿਰ ਮੈਂ PMT ਦੀ ਤਿਆਰੀ ਕੀਤੀ ਮੈਡੀਕਲ ਫੀਲਡ ਦੇ ਵਿੱਚ MBBS ਐਡਮਿਸ਼ਨ ਲੈਣ ਦੇ ਲਈ ਜੀ। ਤੇ ਉਹਦੇ ਦੌਰਾਨ ਫਿਰ ਮੇਰੀ ਜਿਹੜੀ ਐਡਮਿਸ਼ਨ ਹੈ ਉਹ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ, ਜਿਹੜਾ ਰਜਿੰਦਰਾ ਹਸਪੀਟਲ ਪਟਿਆਲਾ, ਹਾਂਜੀ। ਉੱਥੇ ਫਿਰ ਮੇਰੀ ਐਡਮਿਸ਼ਨ 2009 ਦੇ ਵਿੱਚ ਹੋਈ ਤੇ ਉੱਥੇ ਅਰਾਊਂਡ 5 ਸਾਲ ਫਿਰ ਮੈਂ ਉੱਥੇ ਲਗਾਏ। ਤੇ ਉਸ ਤੋਂ ਬਾਅਦ ਫਿਰ ਮੈਂ ਸਿਵਲ ਸਰਵਿਸਿਜ਼ ਦੀ ਤਿਆਰੀ ਸ਼ੁਰੂ ਕੀਤੀ। ਡਾਕਟਰ ਬਣ ਗਏ ਸੀ ਜੀ। MD ਕਰਨ ਦੀ ਬਜਾਏ ਸਿਵਲ ਸਰਵਿਸ ਵੱਲ ਕਿਉਂ ਗਏ? ਬਿਲਕੁਲ ਜੀ। ਜਦੋਂ ਮੇਰੀ ਇੰਟਰਨਸ਼ਿਪ ਸੀਗੀ, ਜਦੋਂ ਪਹਿਲੇ 4.5 ਸਾਲ ਕੰਪਲੀਟ ਹੋ ਜਾਂਦੇ ਨੇ, ਫਿਰ ਇਸ ਸਾਲ ਭਰ ਅਸੀਂ ਇੰਟਰਨਸ਼ਿਪ ਕਰਦੇ ਹਾਂ। ਇੰਟਰਨਸ਼ਿਪ ਦੇ ਦੌਰਾਨ ਹੀ ਫਿਰ ਮੈਂ ਇੱਕ ਮਨ ਬਣਾਉਣਾ ਸੀਗਾ ਕਿ ਵੀ ਅੱਗੇ ਕੀ ਫਰਦਰ ਕਰੀਅਰ ਪਰਸੂ ਕੀਤਾ ਜਾਵੇ, ਜਿਹਦੇ ਵਿੱਚ ਮੇਰੇ ਕੋਲ 2-3 ਆਪਸ਼ਨ ਸੀਗੇ ਕਿ ਮੈਂ MD ਕਰ ਲਾਂ ਜਾਂ UPSC ਦੀ ਤਿਆਰੀ ਕਰ ਲਾਂ ਜਾਂ ਫਿਰ ਮੈਂ USMLE ਦੇ ਥਰੂ ਬਾਹਰ ਚੱਲ ਜਾਵਾਂ। ਤੇ ਇਹਦੇ ਵਿੱਚ ਮੈਨੂੰ ਇਹ ਆਪਸ਼ਨ ਜ਼ਿਆਦਾ ਬੈਟਰ ਲੱਗ ਰਿਹਾ ਸੀਗਾ ਤੇ ਮੇਰਾ ਕੁਝ ਇੰਟਰਸਟ ਵੀ ਸੀਗਾ ਉਦੋਂ, ਤੇ ਇਸ ਕਰਕੇ ਹੀ ਫਿਰ ਮੈਂ ਇਸ ਫੀਲਡ ਦੇ ਵਿੱਚ ਆਇਆ ਡਾਕਟਰ ਤੋਂ। ਤੁਸੀਂ ਡਾਕਟਰ ਹੋ, ਜਦੋਂ ਹਿਸਟਰੀ ਪੜ੍ਹਨੀ ਪਈ, ਦੂਜੀਆਂ ਚੀਜ਼ਾਂ ਵੱਲ ਜਾਣਾ ਪਿਆ, ਕਿਵੇਂ ਲੱਗਿਆ? ਸ਼ਿਫਟਿੰਗ ਕਿਵੇਂ ਰਹੀ? ਸ਼ਿਫਟਿੰਗ ਇੰਨਾ ਨਹੀਂ ਔਡ ਲੱਗਿਆ ਕਿਉਂਕਿ ਪਹਿਲਾਂ ਵੀ ਸਕੂਲਿੰਗ ਟਾਈਮਿੰਗ ਤੋਂ ਵੀ ਆਪਾਂ ਹਿਸਟਰੀ ਤੇ ਜੀਓਗ੍ਰਾਫੀ ਦੇ ਬੇਸਿਕ ਸਬਜੈਕਟਸ ਪੜ੍ਹਦੇ ਹਾਂ। ਤਾਂ ਉਦੋਂ ਇਨ ਕੇਸ ਸਟਾਰਟਿੰਗ ਦੇ ਵਿੱਚ ਜ਼ਰੂਰ ਕੁਝ ਮਹੀਨੇ ਲੱਗਿਆ ਕਿ ਇੱਕਦਮ ਨਵਾਂ ਇੱਕ ਫੀਲਡ ਆਪਾਂ ਕਰ ਰਹੇ ਹਾਂ ਪਰ ਉਹ ਤੋਂ ਬਾਅਦ ਫਿਰ ਗ੍ਰੈਜੂਅਲੀ ਓਵਰ ਦਾ ਮੰਥਸ ਫਿਰ ਮੇਰਾ ਇੰਟਰਸਟ ਹੋਰ ਡਿਵੈਲਪ ਹੋਣਾ ਸ਼ੁਰੂ ਹੋ ਗਿਆ। ਤਾਂ ਇਵੈਂਚੁਅਲੀ ਫਿਰ ਮੈਂ ਸਾਰਾ ਜਿਹੜਾ ਹੈਗਾ ਉਹ ਕੰਪਲੀਟਲੀ ਫਿਰ ਮੈਂ ਮੈਡੀਕਲ ਫੀਲਡ ਤੋਂ ਇੱਧਰ ਪੜ੍ਹਾਈ ਸ਼ੁਰੂ ਕਰਤੀ। ਕੋਚਿੰਗ ਲਈ ਡੇ ਪਲਾਨ ਕਿਵੇਂ ਰੱਖਿਆ? ਡੇ ਪਲਾਨ ਯੂਜੂਅਲੀ ਫਿਕਸ ਹੁੰਦਾ ਸੀਗਾ ਕਿ ਮੇਰੀ ਕੋਸ਼ਿਸ਼ ਹੁੰਦੀ ਸੀਗੀ ਜੇ ਨਿਊਜ਼ਪੇਪਰ ਵਗੈਰਾ ਜਾਂ ਕਰੰਟ ਅਫੇਅਰਸ ਨੂੰ ਗੈਦਰ ਕਰਨਾ ਹੈ, ਸਾਰੀ ਉਹਦੀ ਇਨਫੋਰਮੇਸ਼ਨ, ਉਹ ਮੋਰਨਿੰਗ ਟਾਈਮ ਦੇ ਵਿੱਚ ਮੈਂ ਉਹਨੂੰ ਕੰਪਲੀਟ ਕਰ ਲਾਂ। ਫਿਰ ਸੈਕੰਡਲੀ ਜਿਹੜਾ ਵੀ ਮੈਂ ਕੋਈ ਨਾ ਕੋਈ ਇੱਕ ਸਬਜੈਕਟ ਐਟ ਅ ਟਾਈਮ ਮੈਂ ਪੜ੍ਹਦਾ ਸੀਗਾ। ਤੇ ਜਿਵੇਂ ਫੋਰ ਐਗਜ਼ਾਮਪਲ ਹਿਸਟਰੀ ਪੜ੍ਹ ਲਈ ਜਾਂ ਜੀਓਗ੍ਰਾਫੀ ਪੜ੍ਹ ਲਈ ਜਾਂ ਫਿਰ ਆਪਾਂ CSAT ਦੀ ਤਿਆਰੀ ਕਰ ਲਈ। ਤਾਂ ਇੱਕ ਸਬਜੈਕਟ ਮੈਂ ਐਟ ਅ ਟਾਈਮ ਕੁਝ ਜਿਵੇਂ 15-20 ਦਿਨ, ਮਹੀਨਾ ਉਹਨੂੰ ਹੀ ਕਵਰ ਕਰਦਾ ਸੀਗਾ। ਤੇ ਲਾਸਟਲੀ ਫਿਰ ਇਹ ਹੁੰਦਾ ਸੀਗਾ ਕਿ ਵੀ ਮਤਲਬ ਆਪਸ਼ਨਲ ਸਬਜੈਕਟ ਹੈ, ਉਹਦੀ ਤਿਆਰੀ ਫਿਰ ਮੈਂ ਸ਼ਾਮ ਨੂੰ ਜਿਵੇਂ ਕਰ ਲਈ। ਕੋਚਿੰਗ ਰਹੀ? ਜੀ ਹਾਂ, ਬਿਲਕੁਲ ਕੋਚਿੰਗ ਮੈਂ ਕੀਤੀ। ਕੋਚਿੰਗ ਮੈਂ ਦਿੱਲੀ ਤੋਂ ਕੀਤੀ 1 ਸਾਲ। ਫਿਰ ਮੈਂ ਦਿੱਲੀ ਗਿਆ ਤੇ ਉੱਥੇ ਫਿਰ ਮੈਂ ਵੱਖ-ਵੱਖ ਇੰਸਟੀਚਿਊਟਸ ਦੇ ਵਿੱਚ ਉੱਥੇ ਫਿਰ ਮੈਂ ਆਪਣੀ ਤਿਆਰੀ ਕੀਤੀ ਸਾਲ ਭਰ। CSAT ਦੀ ਤੁਸੀਂ ਗੱਲ ਕੀਤੀ ਹੈ, ਬਹੁਤ ਸਾਰੇ ਬੱਚਿਆਂ ਦੇ ਮੈਨੂੰ ਸਵਾਲ ਆਉਂਦੇ ਆ, ਤੁਹਾਡੇ ਤੱਕ ਵੀ ਮੈਂ ਕਰਨਾ ਚਾਹੂੰਗਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? CSAT ਦੇਖੋ, ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਵੀ ਜਿਹੜਾ ਆਪਣਾ ਪ੍ਰੀਲਿਮਸ ਐਗਜ਼ਾਮ ਹੈ, ਚਾਹੇ UPSC ਹੋਏ ਜਾਂ PPSC ਦਾ ਐਗਜ਼ਾਮ ਹੋਏ, ਉਹਦੇ ਵਿੱਚ ਆਪਣੇ 2 ਐਗਜ਼ਾਮਸ ਹੁੰਦੇ ਨੇ, ਪਹਿਲਾ ਤੇ ਦੂਜਾ। ਜਿਹੜਾ ਫਸਟ ਹੈਗਾ ਜਨਰਲ ਸਟੱਡੀਜ਼ ਦਾ ਤੇ ਸੈਕੰਡ CSAT ਦਾ। ਜੇ ਆਪਾਂ ਪ੍ਰੀਲਿਮਸ ਦੀ ਗੱਲ ਕਰੀਏ, CSAT ਜਿਹੜਾ ਆਪਣਾ UPSC ਦੇ ਵਿੱਚ ਕੁਆਲੀਫਾਈਂਗ ਹੈਗਾ ਤੇ ਇੱਥੇ ਇਹਨਾਂ ਦੇ ਮਾਰਕਸ ਜੁੜਦੇ ਨੇ। CSAT ਦੇ ਵਿੱਚ ਬੇਸਿਕਲੀ ਜਿੰਨੇ ਵੀ ਮੈਥਸ ਦੇ ਜਿਹੜੇ ਬੇਸਿਕ ਕਨਸੈਪਟਸ ਨੇ ਉਹਨਾਂ ਬਾਰੇ ਗੱਲ ਹੁੰਦੀ ਹੈ। ਕੁਐਸਚਨਸ ਆਉਂਦੇ ਨੇ, ਜਿਵੇਂ 100 ਕੁਐਸਚਨਸ 80 ਕੁਐਸਚਨਸ ਆਪਣੇ PPSC ਦੇ ਵਿੱਚ ਆਉਂਦੇ ਨੇ। ਤਾਂ ਉਹਨਾਂ ਦੇ ਵਿੱਚ ਆਪਣੇ ਜਿਹੜੇ ਮੈਥਸ ਦੇ ਕੁਐਸਚਨਸ ਨੇ, ਆਪਣਾ ਐਪਟੀਟਿਊਡ ਚੈੱਕ ਹੁੰਦਾ ਹੈਗਾ, ਇੰਗਲਿਸ਼ ਦੇ ਕੁਐਸਚਨਸ ਹੁੰਦੇ, ਕੰਪਰੀਹੈਂਸ਼ਨ ਕੁਐਸਚਨ ਹੁੰਦੇ ਨੇ। ਸੋ ਬੇਸਿਕਲੀ ਉਹਦੇ ਵਿੱਚ ਇਹੀ ਇੱਕ ਹੁੰਦਾ ਹੈ ਕਿ ਜਿੰਨੀ ਆਪਣੀ ਵੱਧ ਤੋਂ ਵੱਧ ਪ੍ਰੈਕਟਿਸ ਹੈਗੀ ਹੈ ਕੁਐਸਚਨਸ ਦੀ, ਤਾਂ ਉਨਾ ਹੀ ਆਪਾਂ ਨੂੰ ਉਹਦੇ ਵਿੱਚ ਸੌਖਾ ਹੁੰਦਾ ਹੈ। ਜੀ। ਤਿਆਰੀ ਬੱਚੇ ਸੋਚਦੇ ਆ ਵੀ ਇਸ ਪੱਖ ਦੀ ਤਿਆਰੀ ਕਿਵੇਂ ਕਰਨੀ ਚਾਹੀਦੀ ਹੈ? CSAT ਦੀ ਤਿਆਰੀ ਦੇ ਲਈ ਆਪਾਂ ਪਹਿਲਾਂ ਕੁਝ ਆਪਾਂ ਜਿਹੜੇ ਬੁੱਕਸ ਹੈਗੀਆਂ ਨੇ, ਜਿਵੇਂ RS ਅਗਰਵਾਲ, 1-2 ਹੋਰ ਬੁੱਕਸ ਰੈਫਰ ਕਰਨੀ ਚਾਹੋ, ਚੰਗੀ ਗੱਲ ਹੈ ਬੱਚਿਆਂ ਵਾਸਤੇ। 1-2 ਬੁੱਕਸ ਹੋਰ ਹੈਗੀਆਂ ਨੇ ਤੇ ਜਿਹੜੀ ਆਪਾਂ ਨੂੰ ਸੂਟ ਕਰਦੀ ਹੈ ਕੋਈ ਵੀ ਬੁੱਕ, ਉਹ ਆਪਾਂ ਇੱਕ ਬੁੱਕ ਦੇ ਜਿੰਨੇ ਵੀ ਕਨਸੈਪਟਸ ਨੇ ਉਸ ਚੈਪਟਰ ਦੇ, ਤੇ ਫੋਰ ਐਗਜ਼ਾਮਪਲ ਸਪੀਡ ਤੇ ਹੈ, ਕੋਈ ਡਿਸਟੈਂਸ ਤੇ ਹੈ, ਜਿਵੇਂ ਅਲੱਗ-ਅਲੱਗ ਆਪਣੇ ਐਵੇਂ ਕਨਸੈਪਟਸ ਹੁੰਦੇ ਨੇ, ਉਸ ਦੇ ਵਿੱਚ ਮੈਕਸਿਮਮ 200, 300, 500 ਜਿੰਨੇ ਆਪਾਂ ਕੁਐਸਚਨ ਪ੍ਰੈਕਟਿਸ ਕਰ ਸਕਦੇ ਹਾਂ, ਤਾਂ ਕਿ ਉਸ ਦੇ ਸੰਬੰਧ ਵਿੱਚ ਜਿੰਨੇ ਵੀ ਆਪਣੇ ਕੁਐਸਚਨਸ ਹੈਗੇ ਨੇ ਉਹ ਸਾਰੇ ਕਵਰ ਹੋ ਜਾਣ। ਤੇ ਜਿੰਨੇ ਆਪਣੀ ਪ੍ਰੈਕਟਿਸ ਹੋਏਗੀ ਤਾਂ ਉਨਾ ਈਜ਼ੀਲੀ, ਕਿਉਂਕਿ ਇਹ CSAT ਦੇ ਵਿੱਚ ਚੈਲੰਜਿੰਗ ਰਹਿੰਦਾ ਹੈ, ਕਿਉਂਕਿ ਆਪਣੇ ਕੋਲ ਯੂਜਲੀ ਸਟੂਡੈਂਟਸ ਇਹੀ ਕਹਿੰਦੇ ਕਿ ਟਾਈਮ ਘੱਟ ਜਾਂਦਾ ਹੈ, ਕਿਉਂਕਿ ਕਾਫੀ ਲੈਂਥੀ ਪੇਪਰ ਆਉਂਦਾ ਹੈ ਤੇ ਆਪਾਂ ਕੁਐਸਚਨਸ ਨੂੰ ਬਹੁਤ ਹੀ ਲੈਸ ਦੈਨ 1 ਮਿੰਟ ਦੇ ਵਿੱਚ ਸੋਲਵ ਕਰਨਾ ਹੁੰਦਾ ਹੈ। ਤਾਂ ਉਸ ਵਿੱਚ ਇਹੀ ਹੈ ਕਿ ਜਿੰਨਾ ਆਪਾਂ ਪਹਿਲਾਂ ਹੀ ਉਹਨੂੰ ਪ੍ਰੈਕਟਿਸ ਕੀਤਾ ਹੋਊਗਾ
ਤਾਂ ਉੱਥੇ ਆਪਣਾ ਈਜ਼ੀਲੀ ਥੋੜਾ ਸੋਲਵ ਹੋ ਜਾਂਦਾ ਹੈ। ਤੇ ਜੇ ਆਪਾਂ ਨੇ ਲੱਗ ਰਿਹਾ ਹੈ ਕਿ ਕੁਝ ਆਪਣੇ ਤੋਂ ਐਗਜ਼ਾਮ ਦੇ ਦੌਰਾਨ ਨਹੀਂ ਕੋਈ ਕੁਐਸਚਨ ਸੋਲਵ ਕਰ ਪਾ ਰਹੇ, ਤਾਂ ਫਿਲਹਾਲ ਉਸ ਨੂੰ ਛੱਡ ਕੇ ਨੈਕਸਟ ਕੁਐਸਚਨ ਤੇ ਸਵਿਚ ਕਰ ਲੈਣਾ ਚਾਹੀਦਾ ਹੈ। ਡਾਕਟਰ ਸਾਹਿਬ, ਐਗਜ਼ਾਮ ਕੀ ਡਿਮਾਂਡ ਕਰਦਾ ਹੈ? UPSC ਦੇ ਜਿਹੜਾ ਬੰਦੇ ਤੁਹਾਨੂੰ ਐਗਜ਼ਾਮ ਦਿੰਦੇ ਆ, ਐਗਜ਼ਾਮ ਲੈਂਦੇ ਹੈਗੇ, ਕੁਐਸਚਨ ਭੇਜਦੇ ਆ, ਕੁਐਸਚਨ ਪੇਪਰ ਆਉਂਦਾ, ਉਹਨਾਂ ਦੇ ਦਿਮਾਗ 'ਚ ਕੀ ਚੱਲਦਾ, ਉਹਨਾਂ ਦੀ ਡਿਮਾਂਡ ਕੀ ਹੁੰਦੀ ਹੈ? ਦੇਖੋ, ਆਪਾਂ ਜਿਵੇਂ ਪਤਾ ਹੀ ਹੈ, ਆਪਣੇ ਕੋਲ 3 ਸਟੈਪਸ ਹੈਗੇ ਨੇ, ਪ੍ਰੀਲਿਮਸ, ਮੇਨਸ ਤੇ ਇੰਟਰਵਿਊ। ਜੀ। ਤਿੰਨੋਂ ਐਗਜ਼ਾਮਸ ਦੇ ਤਿੰਨੋਂ ਸਟੈਪਸ ਦੇ ਅਲੱਗ-ਅਲੱਗ ਡਿਮਾਂਡਸ ਨੇ। ਪ੍ਰੀਲਿਮਸ ਦੇ ਵਿੱਚ ਇਹੀ ਹੈਗਾ ਕਿ ਵੀ ਜਿਹੜੇ ਆਪਣੇ ਜਿਹੜਾ ਆਪਣਾ ਆਬਜੈਕਟਿਵ ਟੈਸਟ ਸੋਲਵ ਕਰਨ ਦੀ ਜਿੰਨੀ ਆਪਣੀ ਸ਼ਮਤਾ ਹੈਗੀ ਹੈ, ਜਿੰਨਾ ਆਪਾਂ ਉਹਨੂੰ ਪ੍ਰੋਪਰ ਕਰ ਸਕਦੇ ਹਾਂ, ਤਾਂ ਉਸ ਦੀ ਪ੍ਰੈਕਟਿਸ ਵੱਧ ਤੋਂ ਵੱਧ ਕੀਤੀ ਜਾਵੇ। ਜਿਵੇਂ ਮੈਨੂੰ ਜਿਵੇਂ ਇੰਪਰੂਵਮੈਂਟ ਹੋਈ ਓਵਰ ਦਾ ਈਅਰਸ, ਉਹ ਇੱਥੋਂ ਹੀ ਹੋਈ ਕਿ ਮੈਂ ਮੈਕਸਿਮਮ ਆਬਜੈਕਟਿਵ ਕੁਐਸਚਨਸ ਸੋਲਵ ਕੀਤੇ ਸਿਲੇਬਸ ਦੇ ਨਾਲ ਉਹਨੂੰ ਕੰਪੇਅਰ ਕਰਕੇ। ਸੇਮ ਹੀ ਮੇਨਸ ਦੇ ਵਿੱਚ ਹੈਗਾ। ਮੇਨਸ ਦੇ ਵਿੱਚ ਆਪਾਂ ਜਿੰਨੀ ਰਿਟਨ ਪ੍ਰੈਕਟਿਸ ਆਪਾਂ ਕਰ ਸਕਦੇ ਹਾਂ, ਤੇ ਉਹਦੇ ਨਾਲ ਹੀ ਆਪਣਾ ਮਤਲਬ ਇੰਪਰੂਵਮੈਂਟ ਹੋ ਸਕਦੀ ਹੈ। ਬੇਸਿਕ ਜੋ ਐਗਜ਼ਾਮੀਨਰ ਦੀ ਇੱਕ ਡਿਮਾਂਡ ਰਹਿੰਦੀ ਹੈ ਕਿ ਜੋ ਉਸਨੇ ਸਿਲੇਬਸ ਦੇ ਵਿੱਚ ਜੋ ਕੁਐਸਚਨਸ ਹੈਗੇ ਨੇ, ਉਹਦੇ ਰਿਲੇਟਡ ਹੀ ਮੋਸਟਲੀ ਕੁਐਸਚਨ ਪੁੱਛੇ ਜਾਂਦੇ ਨੇ। ਮੋਸਟਲੀ 80-90% ਸਿਲੇਬਸ ਰਿਲੇਟਡ ਹੀ ਹੁੰਦੇ ਨੇ। ਤਾਂ ਕੁਆਲਿਟੀ ਆਨਸਰਸ ਲਿਖੇ ਜਾਣ, ਇਹੀ ਇੱਕ ਆਪਾਂ ਨੂੰ ਕੰਪੀਟੀਸ਼ਨ ਦੇ ਵਿੱਚ ਬਾਕੀਆਂ ਤੋਂ ਅੱਗੇ ਲੈ ਕੇ ਜਾਂਦਾ ਹੈ। ਸੋ ਐਗਜ਼ਾਮੀਨਰ ਨੂੰ ਉੱਥੇ ਹੀ ਮਾਰਕਸ ਮਿਲਦੇ ਹਨ ਜਿੱਥੋਂ ਕਿ ਕੁਆਲਿਟੀ ਆਨਸਰ ਲਿਖੇ ਜਾਂਦੇ ਨੇ, ਬਾਕੀਆਂ ਤੋਂ ਥੋੜ੍ਹੇ ਅਲੱਗ ਹੋ ਜਾਂਦੇ ਨੇ। ਕੁਝ ਫੈਕਟਸ ਦੱਸੇ ਜਾਣ, ਉਹਦੇ ਵਿੱਚ ਟੂ ਦਾ ਪੁਆਇੰਟ ਲਿਖਿਆ ਜਾਵੇ। ਯਾਨੀ ਜੋ ਤੁਹਾਨੂੰ ਬੇਸਿਕ ਪ੍ਰੋਪਰ ਨੌਲੇਜ ਹੈ, ਸੱਚਾਈ ਨਾਲ ਲਿਖਿਆ ਜਾਵੇ। ਜੀ ਬਿਲਕੁਲ। ਜੋ ਕੁਐਸਚਨ ਦੀ ਡਿਮਾਂਡ ਹੈ, ਉਸ ਕੁਐਸਚਨ ਦੀ ਡਿਮਾਂਡ ਦੇ ਹਿਸਾਬ ਨਾਲ ਹੀ ਜਿਹੜਾ ਹੈਗਾ ਆਨਸਰ ਉਹ ਦਿੱਤਾ ਜਾਵੇ, ਤਾਂ ਉੱਥੇ ਹੀ ਐਕਸਟਰਾ ਮਾਰਕਸ ਮਿਲ ਸਕਦੇ ਹਨ। ਡਾਕਟਰ ਸਾਹਿਬ, ਤੁਹਾਨੂੰ ਕੀ ਲੱਗਦਾ ਕਿ ਤੁਹਾਡੇ 'ਚ ਕਿਹੜੇ ਪੱਖ ਚੰਗੇ ਸੀਗੇ? ਯੂਥ ਸਾਰਿਆਂ, ਜਦੋਂ ਵਿਦਿਆਰਥੀ ਹੁੰਦੇ ਆ, ਸਾਰੇ ਇੱਕੋ ਜਿਹੇ ਹੁੰਦੇ ਆ, ਕੁਛ ਨਾ ਕੁਛ ਚੀਜ਼ਾਂ ਆਪਦੇ ਆਦਤ 'ਚ ਸ਼ਾਮਲ ਕਰਦੇ ਜਾਂ ਮਾਹੌਲ 'ਚ ਸ਼ਾਮਲ ਹੁੰਦੀਆਂ ਜਿਹੜੀਆਂ ਬੰਦੇ ਨੂੰ ਗੋਲ ਤੱਕ ਲੈ ਕੇ ਜਾਂਦੀਆਂ। ਤੁਹਾਡੇ 'ਚ ਕਿਹੜੀਆਂ ਚੰਗੀਆਂ ਆਦਤਾਂ ਸੀ? ਜੋ ਮੈਂ ਐਗਜ਼ਾਮ ਦੀ ਜੇ ਆਪਾਂ ਗੱਲ ਕਰੀਏ, ਐਗਜ਼ਾਮ ਦੇ ਵਿੱਚ ਮੈਂ ਮੇਨਸ ਦਾ ਮੈਂ ਸਮਝਦਾ ਹੈਗਾ। ਰਿਟਨ ਮੇਰੀ ਪ੍ਰੈਕਟਿਸ ਸੀਗੀ ਕਾਫੀ, ਅਤੇ ਰਿਟਨ ਦੇ ਵਿੱਚ ਮੇਰੀ ਜੋ ਮੈਂ ਆਪਣਾ ਪਲੱਸ ਪੁਆਇੰਟ ਸਮਝਿਆ ਇਨ ਕੰਪੈਰੀਜ਼ਨ ਟੂ ਪ੍ਰੀਲਿਮਸ, ਕਿ ਮੈਂ ਮੇਨਸ ਦੇ ਵਿੱਚ ਮੇਰੀ ਕਾਫੀ ਰਿਟਨ ਪ੍ਰੈਕਟਿਸ ਸੀਗੀ, ਅਤੇ ਉਸ ਦੇ ਲਈ ਮੈਨੂੰ ਉੱਥੇ ਕਾਫੀ ਈਜ਼ੀ ਹੋਇਆ। ਜਿਵੇਂ ਐਸੇ ਦੇ ਵਿੱਚ ਜਾਂ ਹੋਰ ਜਿਹੜੇ GS ਦੇ ਐਗਜ਼ਾਮਸ ਨੇ, ਉਹਦੇ ਵਿੱਚ ਮੈਨੂੰ ਲਿਖਣ ਦਾ ਸੌਖਾ ਹੋਇਆ। ਜਿਵੇਂ ਕੋਈ ਐਕਸਟਰਾ ਕੋਈ ਅਲੱਗ ਕੁਐਸਚਨ ਆ ਗਿਆ, ਤਾਂ ਮੈਂ ਈਜ਼ੀਲੀ ਉਸਨੂੰ ਬਣਾ ਕੇ ਉੱਥੇ ਉਸਦਾ ਮਾਈਂਡ ਅਪਲਾਈ ਕਰਕੇ ਉੱਥੇ ਲਿਖ ਪਾ ਰਿਹਾ ਸੀਗਾ। ਤਾਂ ਉਹ ਚੀਜ਼ ਇੱਕ ਪਲੱਸ ਪੁਆਇੰਟ ਰਹੀ। ਇੱਕ ਵਿਦਿਆਰਥੀ ਨੂੰ ਕਦੋਂ ਕੁ ਮਿੱਥ ਲੈਣਾ ਚਾਹੀਦਾ, ਜਾਂ ਤੁਸੀਂ ਕਦੋਂ ਕੁ ਮਿੱਥ ਲਿਆ ਸੀ ਕਿ ਸਿਵਲ ਸਰਵਿਸ ਵੱਲ ਜਾਣਾ ਹੈ? ਤਾਂ ਕਿਹੜੀਆਂ ਚੀਜ਼ਾਂ ਸਕੂਲਿੰਗ ਤੋਂ ਜਾਂ ਬਚਪਨ ਤੋਂ ਨਾਲ ਜੁੜੀ ਗਈਆਂ ਅਤੇ ਉੱਥੇ ਮਦਦ ਕਰ ਰਹੀਆਂ? ਦੇਖੋ, ਸਾਰਿਆਂ ਦਾ ਆਪਣਾ ਅਲੱਗ-ਅਲੱਗ ਹੁੰਦਾ ਹੈ। ਕਈ ਸਕੂਲ ਟਾਈਮ ਤੋਂ ਤਿਆਰੀ ਸ਼ੁਰੂ ਕਰ ਲੈਂਦੇ ਨੇ ਜਾਂ ਉਹਨਾਂ ਦਾ ਮਨ ਬਣ ਜਾਂਦਾ ਹੈ। ਕਈ ਵਾਰ ਹੁੰਦਾ ਹੈ ਕਿ ਆਪਾਂ ਡਿਊਰਿੰਗ ਗ੍ਰੈਜੂਏਸ਼ਨ ਇਹਦੇ ਵਿੱਚ ਆ ਜਾਂਦੇ ਹਾਂ, ਆਪਾਂ ਸਿਵਲ ਸਰਵਿਸਿਜ਼ ਤਿਆਰੀ ਕਰਨ ਲੱਗ ਜਾਂਦੇ ਹਾਂ। ਕਈ ਵਾਰ ਆਪਾਂ ਜੋਬ ਦੇ ਦੌਰਾਨ ਆਪਾਂ ਨੂੰ ਜੋਬ ਸੈਟਿਸਫੈਕਸ਼ਨ ਨਹੀਂ ਮਿਲਦੀ, ਫਿਰ ਆਪਾਂ ਸਵਿਚ ਕਰਕੇ ਇੱਧਰ ਆ ਜਾਂਦੇ ਹਾਂ। ਮੇਰਾ ਯੂਜੂਅਲੀ ਇਹੀ ਰਿਹਾ ਕਿ ਵੀ ਮੈਂ ਜਦੋਂ ਆਪਣੀ ਗ੍ਰੈਜੂਏਸ਼ਨ ਟੂਵਰਡਸ ਦੀ ਐਂਡ ਸੀਗਾ, ਅਤੇ ਉਦੋਂ ਹੀ ਮੇਰਾ ਇਹਦੇ ਵਿੱਚ ਜਿਹੜਾ ਹੈਗਾ ਮਨ ਬਣਿਆ। ਉਦੋਂ ਹੀ ਮੈਂ ਐਗਜ਼ਾਮ ਬਾਰੇ ਪੜ੍ਹਿਆ ਜੀ, ਅਤੇ ਐਗਜ਼ਾਮ ਦੇ ਜਿੰਨੇ ਵੀ ਇਹਦੀਆਂ ਜੋਬਸ ਜਿਹੜੀਆਂ ਆਪਾਂ ਨੂੰ ਇਹਦੇ ਥਰੂ ਮਿਲ ਸਕਦੀਆਂ ਨੇ, ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ, ਅਤੇ ਉਹਦੇ ਬੇਸਿਸ 'ਤੇ ਹੀ ਫਿਰ ਮੈਂ ਆਪਣੀ ਤਿਆਰੀ ਸ਼ੁਰੂ ਕੀਤੀ। ਨੋਟਸ ਬਣਾਉਂਦੇ ਹੈ, ਕਈ ਲੈ ਕੇ ਪੜ੍ਹ ਲੈਂਦੇ ਆ, ਇਹ ਕਿਵੇਂ ਰਿਹਾ ਤਜਰਬਾ? ਮੈਂ ਇਹਦੇ ਵਿੱਚ ਇਹੀ ਮਹਿਸੂਸ ਕੀਤਾ ਹੈ, ਕਿਉਂਕਿ ਜਿਹੜਾ ਮੇਨਸ ਐਗਜ਼ਾਮ ਹੈ, ਉਹਦੇ ਵਿੱਚ ਆਪਾਂ ਆਪ ਹੱਥ ਨਾਲ ਐਗਜ਼ਾਮ ਦੇ ਵਿੱਚ ਬੈਠ ਕੇ ਲਿਖਣਾ ਹੈ। ਤਾਂ ਜੇ ਆਪਣੇ ਪਰਸਨਲ ਨੋਟਸ ਖੁਦ ਬਣੇ ਹੋਣ ਤਾਂ ਉਹ ਕਾਫੀ ਫਾਇਦੇਮੰਦ ਰਹਿੰਦੇ ਨੇ, ਕਿਉਂਕਿ ਜਦੋਂ ਆਪਾਂ ਐਗਜ਼ਾਮ ਦੇ ਵਿੱਚ ਬੈਠ ਕੇ ਲਿਖ ਰਹੇ ਹੁੰਦੇ ਹਾਂ, ਤਾਂ ਆਪਾਂ ਨੂੰ ਆਪਣੇ ਹੱਥ ਲਿਖਤ ਹੀ ਜਿਹੜੇ ਨੋਟਸ ਹੁੰਦੇ ਨੇ ਉਹ ਯਾਦ ਆਉਂਦੇ ਨੇ ਜਾਂ ਉਹ ਮੈਮਰੀ 'ਚ ਰਹਿੰਦੇ ਨੇ। ਤਾਂ ਮੈਂ ਕੋਸ਼ਿਸ਼ ਕੀਤੀ ਕਿ ਜਿਹੜੇ ਬੁੱਕਸ ਸੀਗੀਆਂ ਜਿਨ੍ਹਾਂ ਦੇ ਨੋਟਸ ਫਾਰਮ ਦੇ ਵਿੱਚ ਨਹੀਂ ਸੀ, ਤਾਂ ਉਹਨਾਂ ਨੂੰ ਮੈਂ ਕੰਸਾਈਜ਼ ਕਰਕੇ, ਫੋਰ ਐਗਜ਼ਾਮਪਲ ਇੱਕ ਚੈਪਟਰ ਹੈ 4-5 ਪੇਜ ਦਾ ਹੈ ਜੀ, ਉਹਨੂੰ ਕੰਸਾਈਜ਼ ਕਰਕੇ ਆਪਾਂ ਜਿਵੇਂ ਅੱਧੇ ਪੇਜ ਦੇ ਵਿੱਚ ਲਿਖ ਲਿਆ, ਉਹਦੇ ਕਨਸੈਪਟਸ ਬਣਾ ਲਏ, ਉਹਨੂੰ ਮੈਮਰੀ ਨੂੰ, ਤਾਂ ਕਿ ਉੱਥੇ ਯਾਦ ਰਹੇ ਐਗਜ਼ਾਮ ਦੇ ਦੌਰਾਨ। ਸੋ ਇਹ ਮੈਂ ਆਪਣਾ ਨੋਟਸ ਫਾਰਮ ਦੇ ਵਿੱਚ ਮੈਂ ਆਲਮੋਸਟ ਸਾਰਾ ਸਿਲੇਬਸ ਜਿੰਨਾ ਮੈਕਸੀਮਮ ਕਰ ਸਕਦਾ ਸੀ ਕਵਰ, ਉਹ ਕਰਨ ਦੀ ਕੋਸ਼ਿਸ਼ ਕੀਤੀ। ਤੁਹਾਡਾ ਐਗਜ਼ਾਮ ਕਿੰਨਵੀਂ ਵਾਰ ਨਿਕਲ ਗਿਆ ਸੀ? ਮੇਰਾ ਜਿਹੜਾ PPSC ਦਾ ਐਗਜ਼ਾਮ ਹੈ ਉਹ ਸੈਕਿੰਡ ਅਟੈਂਪਟ ਦੇ ਵਿੱਚ ਕਲੀਅਰ ਹੋਇਆ। ਅਤੇ UPSC ਟਰਾਈ ਕੀਤਾ ਸੀ? UPSC ਮੈਂ ਕੀਤਾ, ਮੇਨਸ ਵੀ ਮੈਂ ਲਿਖਿਆ ਹੈਗਾ, ਪਰ ਮੇਨਸ ਮੇਰਾ ਕਲੀਅਰ ਨਹੀਂ ਹੋਇਆ ਸੀ। ਜਦੋਂ ਡਾਕਟਰ ਸਾਹਿਬ ਬੰਦਾ ਲਿਖਦਾ ਹੈ, ਤੁਸੀਂ ਪਰ ਮੈਡੀਕਲ ਫੀਲਡ ਦੇ ਵਿੱਚੋਂ ਸੀਗੇ, ਇੰਟੈਲੀਜੈਂਟ ਹੁੰਦੇ ਆ ਮੈਡੀਕਲ ਵਾਲੇ ਫੀਲਡ ਵਾਲੇ, ਜਦੋਂ ਫੇਲੀਅਰ ਆਉਂਦਾ, ਇੰਟੈਲੀਜੈਂਟ ਬੰਦੇ ਦਾ ਇੱਕ ਫੇਲੀਅਰ ਆਉਂਦਾ, ਉਹਦੀ ਵਿਦਿਆਰਥੀ ਜੀਵਨ 'ਚ ਫੇਲੀਅਰ ਫੇਸ ਕਰਨ ਦੀ ਜਿਹੜਾ ਇੰਟੈਲੀਜੈਂਟ ਬੰਦਾ ਹੁੰਦਾ ਉਹਦੀ ਘੱਟ ਆਦਤ ਹੁੰਦੀ ਹੈ। ਇਸ ਫੇਲੀਅਰ ਨੂੰ ਕਿਵੇਂ ਕ੍ਰਾਸ ਕੀਤਾ? ਦੇਖੋ, ਜਦੋਂ ਮੈਂ ਪਹਿਲਾ ਵਾਰ ਐਗਜ਼ਾਮ ਦਿੱਤਾ PPSC ਦਾ, ਉਹਦੇ ਵਿੱਚ ਮੇਰਾ ਕੁਝ ਕੁ ਨੰਬਰ ਤੋਂ ਹੀ ਮੇਰਾ ਕਲੀਅਰ ਹੋਣ ਤੋਂ ਰਹਿ ਗਿਆ ਸੀਗਾ।
ਤੇ ਉਦੋਂ ਫਿਰ ਮੈਨੂੰ ਇੱਕ ਜੌਬ ਜ਼ਰੂਰ ਮਿਲ ਗਈ ਸੀਗੀ ਜੇਲਸ ਦੀ, TSP ਜੇਲਸ ਦੀ, ਉਹ ਫਿਰ ਮੈਂ ਜੁਆਇਨ ਨਹੀਂ ਕੀਤੀ ਸੀ। ਤੇ ਉਹਦੇ ਨਾਲ ਹੀ ਮੈਂ ਡਾਕਟਰ ਦੀ ਵੀ ਜੌਬ ਛੱਡ ਚੁੱਕਿਆ ਸੀਗਾ, ਤੇ 2 ਜੌਬਸ ਛੱਡਣ ਤੋਂ ਬਾਅਦ ਈਵਨ ਕਿ 2017 ਦੇ ਵਿੱਚ ਕੋਈ ਐਗਜ਼ਾਮ ਕੰਡਕਟ ਨਹੀਂ ਹੋਇਆ PPSC ਦਾ। ਸੋ ਉਹ ਜ਼ਰੂਰ ਫੇਜ਼ ਆਇਆ ਇੱਕ, ਬਟ ਉਹਦੇ ਵਿੱਚ ਇਹ ਹੈਗਾ ਕਿ ਵੀ ਮੈਂ ਜਿਹੜੀ ਕੰਟੀਨਿਊਟੀ ਹੈ ਉਹ ਬਣਾ ਕੇ ਰੱਖੀ। ਮੈਂ ਇੱਕ ਜੌਬ ਜੁਆਇਨ ਕੀਤੀ ਐਜ਼ ਅ ਮੈਡੀਕਲ ਆਫਿਸਰ, ਤੇ ਉਹਦੇ ਨਾਲ ਹੀ ਸ਼ਾਮ ਨੂੰ ਫਿਰ ਮੈਂ ਆਪਣੀ ਜਿਹੜੀ ਤਿਆਰੀ ਕੰਟੀਨਿਊ ਰੱਖੀ। ਸੋ ਉਸ ਵਿੱਚ ਇਹੀ ਹੈ ਕਿ ਵੀ ਜੇ ਆਪਾਂ ਨੂੰ ਆਪਣਾ ਪਤਾ ਲੱਗ ਜਾਂਦਾ ਹੈ ਕਿ ਵੀ ਆਪਣੀ ਇੰਨੀ ਕੁ ਤਿਆਰੀ ਹੈ, ਕਿੱਥੇ ਕਮੀ ਪੇਸ਼ੀ ਹੈ, ਉਹਨੂੰ ਐਨਾਲਾਈਜ਼ ਕਰ ਲੈਣਾ ਚਾਹੀਦਾ ਹੈ। ਉਸ ਐਨਾਲਿਸਿਸ ਦੇ ਬੇਸਿਸ 'ਤੇ ਆਪਾਂ ਕਿੱਥੇ ਇੰਪਰੂਵ ਕਰ ਸਕਦੇ ਹਾਂ, ਉਹ ਪਹਿਲਾਂ ਹੀ ਉਸ ਪਲੈਨਿੰਗ ਦੇ ਨਾਲ ਨੈਕਸਟ ਅਟੈਂਪਟ ਦੇਣਾ ਚਾਹੀਦਾ ਹੈ। ਜੇ ਆਪਾਂ ਉਸੀ ਕੰਟੀਨਿਊਟੀ ਦੇ ਵਿੱਚ ਹੀ ਐਗਜ਼ਾਮ ਦੇ ਦਿੰਦੇ ਹਾਂ, ਫਿਰ ਇੰਪਰੂਵਮੈਂਟ ਨਹੀਂ ਹੁੰਦੀ। ਸੋ ਆਪਣੀ ਕਮੀਆਂ ਪੇਸ਼ੀਆਂ ਨੂੰ ਪੂਰੀਆਂ ਕਰਕੇ ਉਹਨਾਂ ਨੂੰ ਕਿੱਥੇ ਆਪਾਂ ਇੰਪਰੂਵ ਕਰ ਸਕਦੇ ਹਾਂ, ਕਿਹੜੇ ਐਗਜ਼ਾਮ GS 1 ਹੈ, 2 ਹੈ, ਕਿੱਥੇ ਐਸੇ ਦੇ ਵਿੱਚ ਹੈ, ਆਪਸ਼ਨਲ 'ਚ ਹੈ, ਉਹਨੂੰ ਖੁਦ ਆਪਣੀ ਪਰਸਨਲ ਐਨਾਲਿਸਿਸ ਕਰਕੇ ਉਸ ਨੂੰ ਕੰਪਲੀਟ ਕਰਕੇ ਫਿਰ ਹੀ ਐਗਜ਼ਾਮ ਦੇ ਲਈ ਨੈਕਸਟ ਦੇਣਾ ਚਾਹੀਦਾ ਹੈ। ਬੰਦੇ ਨੂੰ ਕਿਵੇਂ ਪਤਾ ਲੱਗੇ ਮੇਰੀ ਤਿਆਰੀ ਠੀਕ ਹੈ? ਟੈਸਟ ਦੇਣ, ਮੌਕ ਟੈਸਟ ਦੇਣੇ ਚਾਹੀਦੇ ਆ, ਕੀ ਕਰਨਾ ਚਾਹੀਦਾ? ਜੀ ਬਿਲਕੁਲ, ਉਹਦੇ ਵਿੱਚ ਇਹ ਹੈ ਕਿ ਵੀ ਮੌਕ ਟੈਸਟ ਜ਼ਰੂਰੀ ਨਹੀਂ ਹੈ ਕਿ ਵੀ ਆਪਾਂ ਮਤਲਬ ਕਿਸੇ ਇੰਸਟੀਟਿਊਸ਼ਨ ਦੇ ਥਰੂ ਆਪਾਂ ਦੇਈਏ, ਆਪਾਂ ਸੈਲਫ ਐਨਾਲਿਸਿਸ ਵੀ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਆਪਾਂ ਨੂੰ ਪਤਾ ਹੈ ਕਿ ਵੀ ਆਪਣੀ ਜਿਹੜੀ ਪ੍ਰੀਲਿਮਸ ਦੀ ਜਿਹੜੀ ਮੈਰਿਟ ਹੈਗੀ ਉੱਥੇ ਤੱਕ ਜਾਂਦੀ ਹੈ, ਆਪਾਂ ਇੱਕ ਸੈਲਫ ਟੈਸਟ ਵੀ ਆਪਾਂ ਆਪਣੀ ਬੇਸਿਸ 'ਤੇ ਦੇ ਸਕਦੇ ਹਾਂ। ਫੋਰ ਐਗਜ਼ਾਮਪਲ ਆਪਾਂ ਇੱਕ ਟੈਸਟ ਆਪ ਆਪਣੇ 100 ਕੁਐਸਚਨਸ ਦਾ ਅਟੈਂਪਟ ਕਰ ਲਿਆ, ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਆਪਾਂ ਕਿੰਨੇ ਕੁਐਸਚਨ ਸਹੀ ਕਰ ਰਹੇ ਹਾਂ, ਕਿੱਥੇ ਕੁ ਨੈਗੇਟਿਵ ਮਾਰਕਿੰਗ ਹੋ ਰਹੀ ਹੈ, ਕਿਹੜੇ ਸਬਜੈਕਟਸ ਵਿੱਚ ਆਪਾਂ ਮਾਰਕਸ ਨਹੀਂ ਲੈ ਪਾ ਰਹੇ ਹਾਂ। ਸੋ ਉੱਥੇ ਆਪਾਂ ਸੈਲਫ ਐਨਾਲਿਸਿਸ ਵੀ ਕਰ ਸਕਦੇ ਹਾਂ। ਕੋਈ ਬੰਦਾ ਕੋਚਿੰਗ ਨਹੀਂ ਲੈ ਸਕਦਾ, ਅਫੋਰਡ ਨਹੀਂ ਕਰ ਸਕਦਾ, ਉਹਦੇ ਬਾਰੇ ਕੀ ਹੈ ਤੁਹਾਡਾ ਵਿਚਾਰ? ਦੇਖੋ, ਹੁਣ ਤਾਂ ਕਾਫੀ ਜ਼ਿਆਦਾ ਡਿਊਰਿੰਗ ਮੇਰੀ ਤਿਆਰੀ ਦੇ ਵਿੱਚ ਵੀ ਕਾਫੀ ਇਵੋਲਵ ਹੋਈ ਹੈ ਜਿਹੜੀ ਤਿਆਰੀ ਆਪਾਂ ਦੇਖਦੇ ਹਾਂ। ਜਿਹੜੀ ਗਾਈਡੈਂਸ ਦੀ ਆਪਾਂ ਗੱਲ ਕਰੀਏ, ਗਾਈਡੈਂਸ ਵੀ ਹੁਣ ਸਾਰੀ ਔਨਲਾਈਨ ਅਵੇਲੇਬਲ ਹੈ, ਅਤੇ ਈਵਨ ਕਿ ਸਾਰਾ ਸਟੱਡੀ ਮਟੀਰੀਅਲ ਵੀ ਹੈ ਉਹ ਵੀ ਸਾਰਾ ਔਨਲਾਈਨ ਅਵੇਲੇਬਲ ਹੈ। ਸੋ ਹੁਣ ਕਾਫੀ ਹੈਲਪ ਹੋ ਜਾਂਦੀ ਹੈ। ਹੁਣ ਜਿਹੜੀਆਂ ਇੰਸਟੀਟਿਊਸ਼ਨਸ ਹੈਗੀਆਂ ਨੇ ਜਿਹੜੀਆਂ ਆਪਾਂ ਨੂੰ ਟੀਚ ਕਰਦੀਆਂ, ਉਹਨਾਂ ਦੀ ਰੈਲੇਵੈਂਸ ਕਿਤੇ ਨਾ ਕਿਤੇ ਫਿਰ ਘੱਟ ਜਾਂਦੀ ਹੈ ਜਿਹੜੀ ਫਿਜ਼ੀਕਲ ਇੰਸਟੀਟਿਊਟਸ ਨੇ, ਕਿਉਂਕਿ ਔਨਲਾਈਨ ਹੀ ਸਾਰੇ ਕੋਰਸਿਸ ਅਵੇਲੇਬਲ ਨੇ। ਤਾਂ ਈਵਨ ਕਿ ਕਈ ਜਗ੍ਹਾ YouTube 'ਤੇ ਵੀ ਕਈ ਟੀਚਰਸ ਅਵੇਲੇਬਲ ਨੇ। ਸੋ ਉਸ ਕਰਕੇ ਉਹ ਚੀਜ਼ ਇੱਕ ਪਾਸੇ ਹੈ ਜ਼ਰੂਰ ਗਾਈਡੈਂਸ 'ਤੇ ਜਿਹੜੀ ਆਪਾਂ ਟੀਚਿੰਗ ਦੀ ਗੱਲ ਕਰੀਏ, ਪਰ ਕਿਤੇ ਨਾ ਕਿਤੇ ਸੈਲਫ ਸਟੱਡੀ ਜਿਹੜੀ ਹੈਗੀ ਹੈ ਉਹ ਸਭ ਤੋਂ ਪ੍ਰਾਈਮ ਇੰਪੋਰਟੈਂਸ ਉਹਦੀ ਹੋ ਜਾਂਦੀ ਹੈ। ਕਿਉਂਕਿ ਆਪਾਂ ਦੇਖਦੇ ਹਾਂ ਜਿਵੇਂ ਕਈ ਵੱਡੇ ਇੰਸਟੀਟਿਊਟਸ ਹੈ, ਉੱਥੇ ਇੱਕ ਕਲਾਸ ਦੇ ਵਿੱਚ 100, 200, 500 ਬੱਚਾ ਵੀ ਬੈਠਾ ਹੁੰਦਾ ਹੈ, ਬਟ ਆਪਾਂ ਜਦੋਂ ਰਿਜ਼ਲਟ ਦੀ ਗੱਲ ਕਰੀਏ ਤਾਂ ਕੁਛ ਹੀ 5, 7, 10 ਜਣੇ ਕਲੀਅਰ ਕਰ ਪਾਉਂਦੇ ਨੇ, ਹੁੰਦੇ ਬੱਚੇ ਬੈਠੇ ਹੋ। ਹਾਂਜੀ ਬਿਲਕੁਲ, ਪਰ ਉਹਦੇ ਵਿੱਚ ਇਹੀ ਗੱਲ ਫਰਕ ਰਹਿ ਜਾਂਦਾ ਹੈ ਕਿ ਵੀ ਉਹਨਾਂ ਨੇ ਖੁਦ ਆਪਣੇ ਘਰ ਦੇ ਵਿੱਚ ਰੂਮ ਦੇ ਵਿੱਚ ਬਹਿ ਕੇ ਉਹਨਾਂ ਨੇ ਮਿਹਨਤ ਕੀਤੀ ਹੁੰਦੀ ਹੈ, ਸੈਲਫ ਸਟੱਡੀ ਕੀਤੀ ਹੁੰਦੀ ਹੈ। ਘਰਦਿਆਂ ਦਾ ਕਿੰਨਾ ਕੁ ਰੋਲ ਸਮਝਦੇ ਹੋ, ਮਾਹੌਲ ਹੈ ਜਿਹੜਾ ਘਰੇਲੂ? ਜੀ ਬਿਲਕੁਲ, ਘਰਦਿਆਂ ਦੀ ਸਪੋਰਟ ਸਭ ਤੋਂ ਵੱਧ ਜ਼ਰੂਰੀ ਹੈ। ਮੈਨੂੰ ਮੇਰੇ ਪੇਰੈਂਟਸ ਦੀ ਪੂਰੀ ਸਪੋਰਟ ਮਿਲੀ, ਬ੍ਰਦਰ ਦੀ ਪੂਰੀ ਸਪੋਰਟ ਮਿਲੀ। ਫੈਮਿਲੀ ਸਪੋਰਟ ਦੇ ਨਾਲ ਹੀ ਆਪਾਂ ਨੂੰ ਜਦੋਂ ਕੋਈ ਫੇਜ਼ ਆਉਂਦਾ ਹੈ, ਜਦੋਂ ਆਪਾਂ ਪੜ੍ਹਾਈ ਨਹੀਂ ਕਰ ਪਾਉਂਦੇ, ਸੋ ਇੱਕ ਮੋਰਲ ਸਪੋਰਟ, ਇੱਕ ਸਾਈਕੋਲੋਜੀਕਲ ਸਪੋਰਟ, ਉਹ ਪੇਰੈਂਟਸ ਦੀ ਬਹੁਤ ਜ਼ਰੂਰੀ ਹੈ। ਸੋ ਫਾਈਨੈਂਸ਼ੀਅਲ ਸਪੋਰਟ ਵੀ ਜ਼ਰੂਰੀ ਹੈ। ਉਹਦੇ ਨਾਲ ਜਿਹੜੇ ਆਪਣੇ ਫੇਲੀਅਰਸ ਨੂੰ ਨਾਲ ਆਪਾਂ ਨੂੰ ਪੁਸ਼ ਕਰਨ ਦੇ ਲਈ ਕਿ ਆਪਾਂ ਤਿਆਰੀ ਕਰਦੇ ਰਹੀਏ ਕਿ ਆਪਾਂ ਕਰ ਸਕਦੇ ਹਾਂ, ਇਸ ਚੀਜ਼ ਦੇ ਵਿੱਚ ਫੈਮਿਲੀ ਦਾ ਬਹੁਤ ਰੋਲ ਆ ਜਾਂਦਾ। ਅੱਜ ਤੁਸੀਂ ਫੀਲਡ ਦੇ ਵਿੱਚ ਆਪਣਾ ਕੰਮ ਰੋਲ ਨਿਭਾ ਰਹੇ ਹੋ, ਡਾਕਟਰ ਦਾ ਰੋਲ, ਸਿਵਲ ਸਰਵਿਸ ਦੇ ਵਿੱਚ ਆ ਕੇ ਇੱਕ ਪੁਲਿਸ ਦਾ ਰੋਲ ਕਿਵੇਂ ਦੇਖਦੇ ਹੋ? ਉਹ ਵਾਈਟ ਵਰਦੀ ਹੈ, ਖਾਕੀ ਹੈ? ਜੀ ਬਿਲਕੁਲ, ਵਰਦੀ ਦੇ ਰੰਗ ਦਾ ਫਰਕ ਜ਼ਰੂਰ ਪੈ ਗਿਆ ਹੈ, ਬਟ ਜਿਹੜਾ ਇੱਕ ਡਾਕਟਰੀ ਦੀ ਜੇ ਆਪਾਂ ਗੱਲ ਕਰੀਏ, ਬਹੁਤ ਹੀ ਚੰਗਾ ਨੋਬਲ ਪ੍ਰੋਫੈਸ਼ਨ ਹੈਗਾ। ਮੈਂ ਉਹਦੇ ਵਿੱਚ ਕਾਫੀ ਸਾਲ ਸਪੈਂਡ ਕੀਤੇ ਨੇ, ਅਤੇ ਜੋ ਉੱਥੇ ਵਰਕਿੰਗ ਦਾ ਮੈਨੂੰ ਐਕਸਪੀਰੀਅੰਸ ਹੋਇਆ ਉਹ ਕਿਤੇ ਨਾ ਕਿਤੇ ਹੁਣ ਹੈਲਪ ਕਰਦਾ ਹੈ। ਤਾਂ ਉਹ ਵੀ ਬਹੁਤ ਅੱਛਾ ਪ੍ਰੋਫੈਸ਼ਨ ਹੈ। ਅਤੇ ਈਵਨ ਹੁਣ ਜੇ ਆਪਾਂ ਗੱਲ ਕਰੀਏ ਪੁਲਿਸ ਦੀ ਜਿਹੜੀ ਜੋਬ ਹੈ ਉਹ ਵੀ ਕਾਫੀ ਚੈਲੰਜਿੰਗ ਹੈ, ਅਤੇ ਕਾਫੀ ਜ਼ਿਆਦਾ ਆਪਾਂ ਇਸ ਜੋਬ ਦੇ ਥਰੂ ਵੀ ਕਾਫੀ ਜਿਹੜੀ ਆਪਾਂ ਸੇਵਾ ਸਮਾਜ ਦੀ ਕਰ ਸਕਦੇ ਹਾਂ। ਰੋਲ ਮਾਡਲ ਕਿਹਨੂੰ ਮੰਨਦੇ ਹੋ? ਰੋਲ ਮਾਡਲ ਮੇਰੇ ਖੁਦ ਫਾਦਰ ਸਾਹਿਬ ਮੇਰੇ ਰਹੇ ਨੇ। ਉਹ ਫਾਦਰ ਸਾਹਿਬ ਨੇ ਮੈਨੂੰ ਬਹੁਤ ਪੁਸ਼ ਕੀਤਾ ਮੇਰੇ, ਅਤੇ ਉਹ ਜੋਬ 'ਚ ਰਹੇ, ਅਤੇ ਉਹਨਾਂ ਨੇ ਮੈਨੂੰ ਥਰੂ ਆਊਟ ਮੇਰੇ ਜਿਹੜਾ ਕਰੀਅਰ, ਐਜੂਕੇਸ਼ਨ ਕਰੀਅਰ ਹੈ, ਉਹਦੇ ਵਿੱਚ ਮੈਨੂੰ ਕਾਫੀ ਉਹਨਾਂ ਨੇ ਹੈਲਪ ਕੀਤੀ। ਉਹਨਾਂ ਨੇ ਮੈਨੂੰ ਸਾਰਾ ਜਿਹੜਾ ਹੈਗਾ ਐਗਜ਼ਾਮ ਦੇ ਵਿੱਚ ਕਿਵੇਂ ਆਪਾਂ ਉਹਨੂੰ ਹਰ ਲੈਵਲ ਦੇ ਵਿੱਚ ਅੱਗੇ ਵਧਣਾ ਹੈ, ਉਹਦੀ ਹੈਲਪ ਕੀਤੀ। ਸੋ ਮੈਂ ਉਹਨਾਂ ਨੂੰ ਮੰਨਦਾ। ਆਖਰੀ ਸਵਾਲ ਹੈ ਮੇਰਾ, ਹੁਣ ਕਈ ਵਾਰੀ ਦੁੱਖ ਤਕਲੀਫਾਂ ਲੈ ਕੇ ਲੋਕ ਆਉਂਦੇ ਆ, ਕਦੇ ਕਦੇ ਹੁਣ ਵੀ ਨਬਜ਼ ਦੇਖ ਲੈਂਦੇ ਲੋਕਾਂ ਦੀ ਕਿ ਨਹੀਂ? ਜੀ ਬਿਲਕੁਲ, ਹਜੇ ਵੀ ਲੋਕ ਮੇਰੇ ਤੋਂ ਮਤਲਬ ਸਲਾਹ ਲੈ ਲੈਂਦੇ ਨੇ, ਕੰਸਲਟ ਕਰ ਲੈਂਦੇ ਨੇ। ਬੇਸਿਕ ਜਿਹੜੀਆਂ ਕੋਈ ਸਮੱਸਿਆਵਾਂ ਹੁੰਦੀਆਂ ਨੇ ਜੀ, ਤਾਂ ਜ਼ਰੂਰ ਗਾਈਡ ਕਰਦੇ ਹੁੰਦੇ ਨੇ। ਯੂਥ ਨੂੰ ਕੀ ਮੈਸੇਜ ਦੇਣਾ ਚਾਹੋ? ਯੂਥ ਨੂੰ ਇਹ ਮੈਸੇਜ ਹੈਗਾ ਜੀ, ਜਿਵੇਂ ਕੋਈ ਵੀ ਫੀਲਡ ਆਪਾਂ ਚੂਜ਼ ਕਰਦੇ ਹਾਂ,
ਮਤਲਬ ਇਹ ਨਹੀਂ ਹੈ ਕਿ ਵੀ ਆਪਾਂ UPSC ਦੀ ਗੱਲ ਕਰੀਏ, PPSC ਦੀ ਗੱਲ ਕਰੀਏ, ਚਾਹੇ ਆਪਾਂ CA ਹਾਂ, ਚਾਹੇ ਆਪਾਂ ਬੈਂਕ ਦੇ ਵਿੱਚ ਨੌਕਰੀ ਕਰ ਰਹੇ ਹਾਂ, ਕੋਈ ਪ੍ਰਾਈਵੇਟ ਜੌਬ ਕਰ ਰਹੇ ਹਾਂ, ਮਤਲਬ ਕੋਈ ਵੀ ਨੌਕਰੀ ਹੋਏ, ਜੋ ਆਪਾਂ ਫੀਲਡ ਚੂਜ਼ ਕੀਤਾ ਆਪਣਾ, ਉਸ ਫੀਲਡ ਦੇ ਵਿੱਚ ਆਪਾਂ ਆਪਣਾ ਬੈਸਟ ਦਈਏ ਅਤੇ ਉਸ ਬੈਸਟ ਦੇ ਕੇ ਹੀ ਆਪਾਂ ਉਸ 'ਚ ਐਕਸੈਲ ਕਰੀਏ। ਸੋ ਇਹੀ ਇੱਕ ਮੈਸੇਜ ਹੈ ਕਿ ਆਪਾਂ ਉਸ ਦੇ ਵਿੱਚ ਆਪਣੀ ਜਿਹੜੀ ਹੈਗੀ ਹੈ ਸੰਘਰਸ਼ ਜਿਹੜਾ ਹੈਗਾ, ਜਿਹੜਾ ਜਿਵੇਂ ਕਹਿੰਦੇ ਸਟਰਗਲ ਇਜ਼ ਅ ਸੈਂਸ ਆਫ ਲਾਈਫ, ਉਹ ਸੰਘਰਸ਼ ਨੂੰ ਆਪਾਂ ਜਾਰੀ ਰੱਖੀਏ ਅਤੇ ਆਪਾਂ ਉਹਦੇ ਵਿੱਚ ਐਕਸੈਲ ਕਰੀਏ। ਬਹੁਤ ਚੰਗਾ ਲੱਗਿਆ ਡਾਕਟਰ ਸਾਹਿਬ, ਤੁਸੀਂ ਟਾਈਮ ਦਿੱਤਾ, ਬਹੁਤ ਸ਼ੁਕਰੀਆ, ਮਿਹਰਬਾਨੀ। ਡਾਕਟਰ ਮਾਨਵਜੀਤ ਸਿੰਘ ਸਿੱਧੂ ਨਾਲ ਗੱਲਬਾਤ ਕਰਕੇ ਚੰਗਾ ਲੱਗਿਆ। ਡਾਕਟਰ ਦੇ ਨਾਲ ਨਾਲ ਵਰਦੀ ਬਦਲੀ ਹੈ, ਤਰੀਕੇ ਆ ਜਿਹੜੇ ਇਨਸਾਨ ਦੇ, ਉਹ ਭਾਵਨਾਵਾਂ ਹੋਣੀਆਂ ਚਾਹੀਦੀਆਂ, ਤਰੀਕੇ ਉਵੇਂ ਹੀ ਰਹਿੰਦੇ ਨੇ, ਉਵੇਂ ਭਾਵਨਾਵਾਂ ਰਹਿੰਦੀਆਂ, ਦਿਲ ਰਹਿੰਦਾ ਹੈ। ਅਤੇ ਖੂਬਸੂਰਤ ਜਰਨੀ ਹੈ ਨਾ ਜਿਹੜੀ ਤੁਸੀਂ ਸੁਣੀ, ਤੁਹਾਡੇ ਬੱਚੇ ਵੀ ਕੁਛ ਨਾ ਕੁਛ ਜ਼ਰੂਰ ਕਰਨ। ਇਸੇ ਲਈ ਇਸ ਸੀਰੀਜ਼ ਦੀ ਜਿਹੜੀ ਹੈ ਜੀ ਲਗਾਤਾਰਤਾ ਹੈ ਅਤੇ ਜਿਹੜੀ ਸ਼ੁਰੂਆਤ ਹੈ ਇਹ ਹੋਈ ਹੈ। ਦਿਓ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।